ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੌਂਡ ਬਾਣੀ ਨਾਮਦੇਵ ਜੀ ਕੀ। ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੋਹ ਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਣ ਜਨ ਤਰਵੇ ਨ ਜਾਨੋ, ਬਾਪ ਬੀਠਲਾ ਬਹਾਂ ਦੇ। ਮੋਹ ਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਣ ਜਨ ਤਰਵੇ ਨ ਜਾਨੋ, ਬਾਪ ਬੀਠਲਾ ਬਹਾਂ ਦੇ। ਰਹਾਉ ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਨਰ ਤੇ ਉਪਜ ਸੁਰਗ ਕੋ ਜੀਤਿਓ, ਸੋ ਅਬ ਖਦ ਮੈਂ ਪਾਈ। ਜਹਾਂ ਜਹਾਂ ਤੂੰ ਨਾਰਦ ਟੇਕੈ, ਨਾਇਕ ਟਕਾਵਹ ਮੋਹੇ। ਤੇਰੇ ਨਾਮ ਅਵਿਲੰਬ ਬਹੁਤ ਜਾਣੀ ਉਦਰੇ, ਨਾਮੇ ਕੀ ਨਿਜ ਮਤ ਇਹ। ਜਹਾਂ ਜਹਾਂ ਤੂੰ ਨਾਰਦ ਟੇਕੈ, ਨਾਇਕ ਟਕਾਵਹ ਮੋਹੇ। ਤੇਰੇ ਨਾਮ ਅਵਿਲੰਬ ਬਹੁਤ ਜਾਣ ਉਦਰੇ, ਨਾਮੇ ਕੀ ਨਿਜ ਮਤ ਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 873 ਤੇ ਸੁਭਾਇਮਾਨ ਹੈ। ਆਪਾਂ ਆਪਣੇ ਵੱਲੋਂ ਜੋ ਅਰਦਾਸ ਬੇਨਤੀ ਜੋਦਰੀ ਕੀਤੀ ਹੈ, ਆਪਾਂ ਆਪਣੇ ਬੱਚੇ ਦੀ ਚੜ੍ਹਦੀ ਕਲਾ ਦੇਹ ਰੋਗਤਾ ਵਾਸਤੇ ਕੀਤੀ ਹੈ। ਵੈਸੇ ਜਦੋਂ ਗੁਰਬਾਣੀ ਪੜ੍ਹੀ ਜਾਂਦੀ ਹੈ, ਇਹ ਬ੍ਰਹਮੰਡੀ ਬਾਣੀ ਆ, ਸਰਬ ਵਿਆਪੀ ਬਾਣੀ ਆ, ਪੂਰੀ ਦੁਨੀਆ ਲਈ ਇਹਦਾ ਮੈਸੇਜ ਹੁੰਦਾ। ਪਰ ਜਦੋਂ ਅਸੀਂ ਪਰਸਨਲੀ ਪ੍ਰਸ਼ਾਦ ਤਿਆਰ ਕਰਕੇ ਉਸ ਨਿਯਮ ਦੇ ਨਾਲ, ਜਿਹੜੇ ਨਿਯਮ ਸਾਨੂੰ ਸਤਿਗੁਰਾਂ ਨੇ ਦੱਸੇ ਨੇ ਕਿ ਜਦੋਂ ਮੇਰੇ ਪੁੱਤਰਾਂ ਤੇ ਗੁਰਸਿੱਖਾਂ ਤੇ ਕੋਈ ਇਹੋ ਜਿਹਾ ਵੇਲਾ ਆਉਂਦਾ ਜਦੋਂ ਤੁਹਾਨੂੰ ਆਪ ਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਹੁਣ ਕੀ ਕਰੀਏ ਤੇ ਕਿਵੇਂ ਸਾਨੂੰ ਡਾਇਰੈਕਸ਼ਨ ਮਿਲੂ, ਰਾਹ ਮਿਲੂਗਾ, ਤੇ ਉਦੋਂ ਆਪਾਂ ਜਦੋਂ ਮੁੱਖ ਵਾਕ ਲੈਂਦੇ ਹਾਂ, ਉਹਦਾ ਸਾਡੀ ਜ਼ਿੰਦਗੀ ਨਾਲ ਬਹੁਤ ਜ਼ਿਆਦਾ ਸੰਬੰਧ ਹੁੰਦਾ। ਤੇ ਉਦੋਂ ਅਸੀਂ ਇਹ ਜਾਣਨਾ ਹੁੰਦਾ ਕਿ ਜਿਹੜੇ ਉਹਦੇ ਵਿੱਚ ਸੂਤਰ ਦੱਸਿਆ ਉਹ ਅਸੀਂ ਧਾਰਨ ਕਰਨੇ ਆ, ਜਿਹੜੀ ਕੋਈ ਤਾੜਨਾ ਕੀਤੀ ਆ ਉਹ ਤੋਂ ਬਚਣਾ, ਜਿਹੜਾ ਸੁਝਾਅ ਦਿੱਤਾ ਉਹ ਤੇ ਚੱਲਣਾ। ਤੇ ਆਪਾਂ ਨੂੰ ਜੋ ਮੁੱਖ ਵਾਕ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਇਹਦੇ ਵਿੱਚ ਤਕਰੀਬਨ ਬੇਨਤੀ ਦਾ ਸ਼ਬਦ ਹੀ ਆ ਸਾਰਾ। ਇਹ ਭਗਤ ਨਾਮਦੇਵ ਜੀ ਜੋ ਬੜੇ ਭਗਤੀ ਮੰਡਲ ਦੇ ਕਹਿੰਦੇ ਧਰੂੰ ਤਾਰੇ ਨੇ, ਉਹਨਾਂ ਦਾ ਮੁੱਖ ਵਾਕ ਹੈ। ਮਹਾਰਾਜ ਕਹਿੰਦੇ ਮੋਹ ਕੋ ਤਾਰ ਲੈ ਰਾਮਾ ਤਾਰ ਲੈ। ਇੱਕ ਬਹੁਤ ਵੱਡੀ ਹੂਕ ਕਹਿ ਲਓ, ਅਰਦਾਸ ਕਹਿ ਲਓ ਵੀ ਕਿ ਮੈਨੂੰ ਤੁਸੀਂ ਹੱਥ ਦੇ ਕੇ ਰੱਖੋ, ਮੈਨੂੰ ਤਾਰ ਲਓ। ਉਹੀ ਬੇਨਤੀ ਆਪਣੀ ਆ ਸੇਮ। ਮੈਂ ਅਜਾਣ ਜਨ ਤਰਬੇ ਨਾ ਜਾਨੋ, ਬਾਪ ਬੀਠਲਾ ਬਾਹਾਂ ਦੇ। ਇੱਥੇ ਇੱਕ ਤਰਲਾ ਲਿਆ ਕਿ ਮੈਂ ਨਹੀਂ ਜਾਣਦਾ ਮੈਂ ਕਿਵੇਂ ਤਰ ਸਕਦਾ, ਮੈਂ ਨਹੀਂ ਜਾਣਦਾ ਤੁਹਾਡਾ ਮਾਰਗ ਕੀ ਆ, ਮੈਨੂੰ ਨੇਰ ਘੁੱਪ ਦਿੰਦਾ, ਮੈਨੂੰ ਨਹੀਂ ਪਤਾ ਲੱਗ ਰਿਹਾ ਮੈਂ ਕਿੱਧਰ ਜਾਵਾਂ, ਕਿਹਨੂੰ ਪੁੱਛਾਂ, ਕਿਹਨੂੰ ਕਹਾਂ, ਸਾਰਾ ਕੁਝ ਮੇਰੇ ਬਸ ਤੋਂ ਬਾਹਰ ਹੈ। ਹੁਣ ਫਿਰ ਸਿੱਧਾ ਜਿਹਾ ਸਾਹਿਬ ਹੀ ਕਹਤਾ ਕਿ ਤੂੰ ਮੇਰਾ ਬਾਪ ਹੈ। ਬੀਠਲ ਕਹਿੰਦੇ ਨੇ ਮਹਾਰਾਸ਼ਟਰ 'ਚ ਰੱਬ ਨੂੰ, ਜਿਵੇਂ ਆਪਾਂ ਪੰਜਾਬੀ 'ਚ ਰੱਬ ਕਹਿੰਦੇ ਆ। ਕਹਿੰਦੇ ਬਾਹਾਂ ਦੇ, ਕਹਿੰਦੇ ਆਪਦਾ ਹੱਥ ਫੜਾ ਦੇ ਮੈਨੂੰ ਤਾਂ ਕਿ ਮੈਨੂੰ ਤਰਨਾ ਸੌਖਾ ਹੋ ਜੇ। ਸਿੱਧੀ ਜੀ ਬੇਨਤੀ ਆ, ਜਿਵੇਂ ਆਪਾਂ ਸਾਹਮਣੇ ਬਹਿ ਕੇ ਮਾਂ ਪਿਓ ਨਾਲ ਗੱਲਾਂ ਕਰਦੇ ਆ, ਉਹੀ ਗੱਲਬਾਤ ਅਸੀਮ। ਨਰ ਤੇ ਸੁਰ ਹੋਏ ਜਾਤ ਨਿਮਖ ਮੈਂ, ਸਤਿਗੁਰ ਬੁੱਧ ਸਿਖਲਾਈ। ਕਹਿੰਦੇ ਆਮ ਨਰ ਸੀਗੇ, ਜਦੋਂ ਤੋਂ ਗੁਰੂ ਨੇ ਸਿਰ ਤੇ ਹੱਥ ਰੱਖਤਾ, ਨਾਮਦਾਨ ਬਖਸ਼ਿਸ਼ ਕਰਤਾ, ਸੁਰ ਹੋ ਚੱਲੇ ਆ, ਜਾਣੀ ਦੇਵਤੇ ਬਣ ਚੱਲੇ ਆ। ਉਦੋਂ ਵੀ ਵੱਡੀਆਂ ਉਪਾਧੀਆਂ ਜਿਹੜੀਆਂ ਮਹਾਰਾਜ ਨੇ ਬਾਣੀ 'ਚ ਬਖਸ਼ੀਆਂ,
ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ। ਕਹਿੰਦੇ ਵੀ ਕਹਿਣ ਨੂੰ ਲੋਕ ਕਹਿੰਦੇ ਸੀ ਨੀਵੀਂ ਜਾਤ ਦਾ ਐਵੇਂ ਕਿਣਕੇ ਮਾਤਰਾ, ਪਰ ਅੱਜ ਸਾਡੇ ਸਿਰ ਤੇ ਹੱਥ ਰੱਖ ਕੇ ਪਾਤਸ਼ਾਹ ਨੇ ਸਾਨੂੰ ਧਰੂ ਤਾਰੇ ਬਣਾ ਦਿੱਤਾ। ਨਰ ਤੇ ਉਪਜ ਸੁਰਗ ਜੋ ਜੀਤਿਓ, ਕਉ ਜੀਤਿਓ ਸੋ ਅਬ ਖਦਮੈ ਪਾਈ। ਕਹਿੰਦੇ ਪੈਦਾ ਹੋ ਕੇ ਸੰਸਾਰ ਦੇ ਵਿੱਚ ਆਮ ਨਰ ਬਣ ਕੇ ਜਦੋਂ ਗੁਰੂ ਦੀ ਗੱਲ ਨੂੰ ਮੰਨ ਲਿਆ, ਉਹਦੇ ਤੇ ਚੱਲ ਪਏ, ਤੇ ਕਹਿੰਦੇ ਮੈਂ ਸੁਰਗ ਨੂੰ ਵੀ ਜਿੱਤ ਲਿਆ। ਕਾਹਦੇ ਨਾਲ? ਉਹ ਨਾਮ ਦੀ ਜਿਹੜੀ ਔਖਦ ਆ ਨਾ, ਜਿਹੜਾ ਨਾਮ ਹੈ ਇਹਦੇ ਤੋਂ ਖੰਡ ਬ੍ਰਹਮੰਡ ਦੀ ਧਾਰਨਾ ਹੁੰਦੀ ਹੈ ਬਣਦਾ। ਸਤਿਗੁਰੂ ਨਾਨਕ ਦੇਵ ਕਹਿੰਦੇ ਨੇ ਕਿ ਜਿਹੜਾ ਏਕ ਓੰਕਾਰ ਹੈ, ਕਹਿਣ ਨੂੰ ਸ਼ਬਦ ਨਹੀਂ ਹੈਗਾ। ਏਕ ਓੰਕਾਰ ਬਹੁਤ ਵੱਡੀ ਪਾਵਰ ਆ, ਖੰਡ ਬ੍ਰਹਮੰਡਾਂ ਦੀ ਰਚਨਾ ਇਹਦੇ ਤੋਂ ਹੁੰਦੀ ਹੈ। ਜਦੋਂ ਚੇਤਨਾ ਏਕ ਓੰਕਾਰ ਦੇ ਨੂਰ ਚੋਂ ਵਿਛੜ ਕੇ ਦੁਨੀਆ ਤੇ ਆਉਂਦੀ ਆ, ਤੇ ਮਾਤਾ ਪਿਤਾ ਇੱਕ ਸਬੱਬ ਬਣਦੇ ਆ ਕਿ ਉਹਨਾਂ ਰਾਹੀਂ ਦੇਹ ਦੀ ਨਿਮਰਤ ਹੁੰਦੀ ਆ। ਵੈਸੇ ਚੇਤਨਾ ਬਣੀ ਬਣਾਈ ਆ, ਉਹਨੂੰ ਮਾਤਾ ਪਿਤਾ ਨਹੀਂ ਬਣਾਉਂਦੇ, ਉਹ ਕਾਲ ਪੁਰਖ ਦਾ ਰੂਪ ਆ। ਉਹ ਚੇਤਨਾ ਸਾਨੂੰ ਪਸੰਦ ਕਰਦੀ ਆ, ਸਾਡੇ ਘਰ ਨੂੰ ਪਸੰਦ ਕਰਦੀ ਆ, ਤੇ ਉਹ ਸਾਡੇ ਘਰ ਜਨਮ ਲੈ ਲੈਂਦੀ ਆ। ਪਰ ਉਹ ਨਾਲ ਕੀ ਲੈ ਕੇ ਆਉਂਦੀ ਆ ਕਿ ਸਾਡੇ ਘਰ ਦੇ ਤੇ ਆਪ ਦੇ ਕਰਮ ਨਾਲ ਹੁੰਦੇ ਨੇ। ਉਹ ਕਰਮ ਟਾਈਮ ਟਾਈਮ ਤੇ ਆ ਕੇ ਫੁੱਟਦੇ ਆ, ਤੇ ਉਹ ਜਦੋਂ ਫੁੱਟਦੇ ਆ ਤਾਂ ਸਾਡੇ ਸਾਹਮਣੇ ਆਦੀਆਂ ਵਿਆਧੀਆਂ ਦੁੱਖ ਸੁੱਖ ਇਹ ਸਾਰੇ ਆਉਂਦੇ ਆ, ਜਿਨ੍ਹਾਂ ਨੂੰ ਸਾਡੇ ਸਤਿਗੁਰਾਂ ਦਾ ਹੁਕਮ ਹੈ ਕਿ ਇਹਨੂੰ ਦੁੱਖ ਸੁੱਖ ਸਮ ਕਰ ਜਾਣਨਾ। ਜਿਵੇਂ ਕਿ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ, ਇਹਨੂੰ ਸਹਿ ਸੁਭਾ ਲੈਣਾ। ਜਿਹੜੀ ਚੇਤਨਾ ਇੱਕ ਵਾਰੀ ਸਰੀਰ ਪੈਦਾ ਕਰ ਸਕਦੀ ਹੈ, ਉਹ ਕਿਸੇ ਵੀ ਅੰਗ ਨੂੰ ਦੁਬਾਰਾ ਵੀ ਪੈਦਾ ਕਰ ਸਕਦੀ ਹੈ, ਤੇ ਹੁੰਦਾ ਆਇਆ ਤੇ ਹੋ ਰਿਹਾ ਦੁਨੀਆ ਤੇ। ਅੱਜ ਬਹੁਤ ਖੋਜਾਂ ਹੋ ਚੁੱਕੀਆਂ। ਜੋ ਵੀ ਕਿਸੇ ਦਾ ਜੇ ਕੋਈ ਬਿਲਕੁਲ ਵੀ ਕੁਛ ਗਲ ਜੇ, ਤਾਂ ਜਦੋਂ ਉਹ ਇਸ ਭਰੋਸੇ 'ਚ ਆ ਜਾਂਦਾ ਕਿ ਪਰਮ ਪਿਤਾ ਪਰਮਾਤਮਾ ਦੇ ਹੱਥ ਆ, ਤਾਂ ਉਹਦੇ ਉਹ ਅੰਗ ਦੁਬਾਰਾ ਵੀ ਪੈਦਾ ਹੋ ਜਾਂਦੇ ਆ। ਬਹੁਤ ਕੁਛ ਪਿਆ ਇਸ ਤਰ੍ਹਾਂ ਦਾ, ਹਨਾ, ਬੜੀਆਂ ਉਦਾਹਰਨਾਂ। ਆਪਾਂ ਉਸ ਪਾਸੇ ਨਹੀਂ ਜਾਣਾ। ਸਿੱਧਾ ਜਿਹਾ ਹਿਸਾਬ ਆ ਕਿ ਜੇ ਕੋਈ ਰੋਗ ਚੱਲ ਕੇ ਆਇਆ, ਸਾਡੇ ਕਰਮਾਂ ਕਰਕੇ ਆਇਆ, ਕਿਉਂਕਿ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਿਹਾ ਬੀਜੈ ਸੋ ਲਾਉਣਾ ਹੈ, ਕਰਮਾ ਸੰਦਰਾ ਖੇਤ। ਸਾਨੂੰ ਪਤਾ ਲੱਗ ਗਿਆ ਸਾਡੇ ਕਰਮਾਂ ਕਰਕੇ ਆਇਆ। ਸਾਨੂੰ ਪਤਾ ਅੱਜ ਦੀ ਘੜੀ ਸਾਨੂੰ ਦੀਂਦਾ ਅਸੀਂ ਕੁਛ ਮਾੜਾ ਨਹੀਂ ਕੀਤਾ ਕਿਸੇ ਦਾ, ਪਰ ਗੁਰਬਾਣੀ ਕਹਿੰਦੀ ਹੈ ਵੀ ਇਹ ਹੋ ਹੀ ਨਹੀਂ ਸਕਦਾ ਬਿਨਾਂ ਕਿਸੇ ਕਾਰਨ ਤੋਂ ਤੁਹਾਡੇ ਵੱਲ ਨੂੰ ਸੁੱਖ ਆ ਜੇ, ਬਿਨਾਂ ਕਿਸੇ ਕਾਰਨ ਤੋਂ ਦੁੱਖ ਆ ਜੇ। ਜਾਨੀ ਮਹਾਰਾਜ ਕਹਿੰਦੇ ਜਿਹਾ ਬੀਜੈ ਸੋ ਲਾਉਣਾ, ਕਰਮਾ ਸੰਦਰਾ ਖੇਤ। ਕਿਤੇ ਤਾਂ ਬੀ ਮਾੜਾ ਪਿਆ ਹੀ ਹੁੰਦਾ, ਕਿਸੇ ਪਿਓ ਦਾਦੇ ਤੋਂ ਪਿਆ ਹੁੰਦਾ, ਨਾਨਾ ਨਾਨੀ ਤੋਂ ਪਿਆ ਹੁੰਦਾ, ਬੰਦੇ ਤੋਂ ਆਪ ਤੋਂ ਪਿਆ ਹੁੰਦਾ। ਇਹ ਦੋ ਖਾਨਦਾਨਾਂ ਦਾ ਰਲ ਕੇ ਚਿਰਾਗ ਹੁੰਦਾ ਜਿਹੜਾ ਬੱਚਾ ਹੁੰਦਾ। ਜਦੋਂ ਉਹਦੇ ਤੇ ਕੋਈ ਕਸ਼ਟ ਆਉਂਦਾ ਜਾਂ ਸੁੱਖ ਆਉਂਦਾ, ਉਹ ਦੋਨਾਂ ਦਾ ਰਲ ਮਿਲ ਕੇ ਹੀ ਆਉਂਦਾ ਸਾਰਾ ਸਿਸਟਮ। ਉਹਦੇ ਲਈ ਸਾਡੇ ਕੋਲੇ ਬਹੁਤ ਆਪਸ਼ਨ ਹੈ। ਸਤਿਗੁਰੂ ਕਹਿੰਦੇ ਉਹਦੇ ਲਈ ਮਾਫੀਆਂ ਹੈਗੀਆਂ, ਤਾਂ ਅਸੀਂ ਤਹਿ ਦਿਲੋਂ ਮੰਨ ਲਓ ਕਿ ਸਾਥੋਂ ਹੋਇਆ ਹੋਣਾ ਜਾਂ ਹੈਗਾ। ਸਤਿਗੁਰੂ ਸਾਨੂੰ ਮਾਫੀ ਬਖਸ਼ੋ। ਉਹਦੀ ਮਾਫੀ 'ਚ ਅਸੀਂ ਕੀ ਕਰ ਸਕਦੇ ਹਾਂ? ਅਸੀਂ ਪਾਠ ਕਰ ਸਕਦੇ ਹਾਂ, ਅਸੀਂ ਇੱਕ ਓੰਕਾਰ ਨੂੰ ਧਿਆ ਸਕਦੇ ਹਾਂ ਕਿ ਉਹ ਅਸੀਂ ਮੰਨ ਲਿਆ ਜਿਹੜਾ ਸਾਥੋਂ ਹੋ ਗਿਆ। ਮੰਨ ਲਓ ਉਹ ਕਿ ਕੂੜੇ ਵਾਂਗੂ ਆ, ਪਰ ਹੁਣ ਕੂੜਾ ਆਪਾਂ ਚੱਕਣਾ ਵੀ ਆ ਨਾ, ਉਹ ਚੱਕਣਾ ਕਾਹਦੇ ਨਾਲ? ਸਫਾਈ ਕਰਕੇ। ਤੇ ਸਤਿਗੁਰੂ ਕਹਿੰਦੇ ਤੁਹਾਡੇ ਹਿਰਦੇ ਦੀ ਸਫਾਈ ਹੋਣੀ ਆ, ਜਿਹੜੀ ਚੇਤਨਾ ਦੀ ਸਫਾਈ ਹੋਣੀ ਆ, ਉਹ ਹੋਣੀ ਆ ਇੱਕ ਓੰਕਾਰ ਦੇ ਜਾਪ ਨਾਲ, ਜਿਹੜਾ ਸਰਬ ਵਿਆਪੀ। ਮਹਾਰਾਜ ਕਹਿੰਦੇ ਇੱਕ ਓੰਕਾਰ ਸਤਨਾਮ, ਸੱਚਾ ਨਾਮ ਦੁਨੀਆ ਤੇ ਇੱਕੋ ਹੀ ਆ, ਜਿਹੜਾ ਇੱਕ ਓੰਕਾਰ ਹੈ। ਜਿਵੇਂ ਜਿਵੇਂ ਇਹਦੇ ਵੱਲ ਨੂੰ ਤੁਰਾਂਗੇ, ਜਿਵੇਂ ਬੱਚੇ ਨੂੰ ਆਪਾਂ ਕਹਿ ਸਕਦੇ ਬੈਠਾ ਕੱਲਾ ਇੱਕ ਓੰਕਾਰ ਕਹੀ ਚੱਲ ਆਪਦੇ ਹਿਰਦੇ ਦੇ ਵਿੱਚ, ਹਨਾ, ਜਾਂ ਬੋਲ ਕੇ ਪਹਿਲਾਂ ਫਿਰ ਹੌਲੀ ਹੌਲੀ ਇਹਨੂੰ ਕਰਦਿਆਂ ਕਰਦਿਆਂ ਮਹਾਰਾਜ ਕਹਿੰਦੇ ਤੁਹਾਡੇ ਚ ਨਿਰਭੈਤਾ ਆਉਂਦੀ ਜਾਣੀ ਆ। ਤੁਹਾਨੂੰ ਪਤਾ ਲੱਗ ਜਾਣਾ ਕਿ ਮੈਂ ਸਰੀਰ ਨਹੀਂ ਹਾਂ, ਮੈਂ ਚੇਤਨਾ। ਨਿਰਵੈਰਤਾ ਆਉਂਦੀ ਜਾਣੀ ਆ ਕਿ ਸਭਨਾ ਜੀਆਂ ਦਾ ਦਾਤਾ ਇੱਕ ਆ, ਸਾਰੇ ਇੱਕੋ ਜਿਹੀ ਆ। ਇਸੇ ਤਰ੍ਹਾਂ ਕਰਦੇ ਕਰਦੇ ਕਿਰਪਾ ਹੁੰਦੀ ਜਾਂਦੀ ਹੈ। ਜਿਵੇਂ ਜਿਵੇਂ ਬੰਦਾ ਇੱਕ ਓੰਕਾਰ ਦੇ ਲੜ ਲੱਗ ਕੇ ਅੱਗੇ ਤੁਰਦਾ, ਉਹਨੂੰ ਅਹਿਸਾਸ ਹੁੰਦਾ ਕਿ ਠੀਕ ਹੈ ਸੰਸਾਰ ਸਾਰਾ ਕਾਲ ਦੇ ਅਧੀਨ ਆ, ਪਰ ਉਹਨੂੰ ਜੋ ਝਲਕਾਂ ਮਿਲਣੀਆਂ ਸ਼ੁਰੂ ਹੋ ਜਾਂਦੀਆਂ, ਪਤਾ ਲੱਗਦਾ ਕਿ ਮੈਂ ਅਕਾਲ ਹਾਂ, ਕਾਲ ਤੋਂ ਰਹਿਤ ਹਾਂ, ਉਹਦਾ ਰੂਪ ਆ ਜਿਹਦੇ ਚੋਂ ਮੈਂ ਆਇਆ ਸੰਸਾਰ 'ਚ। ਤਾਂ ਮਹਾਰਾਜ ਕਹਿੰਦੇ ਉਹਦੀ ਮੂਰਤ ਅੰਦਰੋਂ ਪ੍ਰਗਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇੱਕ ਦਿਨ ਅਹਿਸਾਸ ਹੁੰਦਾ ਜਿੱਦੇ ਸਾਡਾ ਸਰੀਰ ਪਿਆ ਹੁੰਦਾ, ਜਦੋਂ ਅਸੀਂ ਨਾਮ ਜਪ ਰਹੇ ਹੁੰਦੇ ਹਾਂ ਜਾਂ ਆਸਣ 'ਚ ਬੈਠਾ ਹੁੰਦਾ, ਤੇ ਸਾਡੀ ਚੇਤਨਾ ਉਡਾਰੀ ਮਾਰਨ ਲੱਗ ਜਾਂਦੀ ਹੈ, ਤੇ ਉਹਦੇ ਪਤਾ ਲੱਗਦਾ ਵੀ ਸਰੀਰ ਤਾਂ ਉਹ ਪਿਆ, ਮੈਂ ਆ ਫਿਰਦਾ। ਬੰਦੇ ਨੂੰ ਉਸ ਦਿਨ ਅਹਿਸਾਸ ਹੁੰਦਾ ਕਿ ਮੈਂ ਵੀ ਅਜੂਨੀ ਆ, ਮੈਂ ਜੂਨਾ ਵਿੱਚ ਖੁਦ ਨਹੀਂ, ਮੈਂ ਉਨਾ ਚਿਰ ਹੀ ਭਟਕ ਰਿਹਾ ਜਿੰਨਾ ਚਿਰ ਮੈਂ ਸੁੱਤਾ ਪਿਆ। ਜਦੋਂ ਗੁਰੂ ਦੇ ਨਾਮ ਦੇ ਲੜ ਲੱਗ ਲਿਆ ਤੇ ਮੈਂ ਵੀ ਅਜੂਨੀ ਆ, ਇਹ ਅਹਿਸਾਸ ਹੁੰਦਾ। ਤੇ ਸਤਿਗੁਰੂ ਕਹਿੰਦੇ ਸਾਰਾ ਕੁਝ ਮਿਲਦਾ ਕਿ ਮੈਂ ਗੁਰੂ ਦੀ ਗੱਲ ਮੰਨ ਕੇ। ਗੁਰੂ ਨੇ ਸਾਨੂੰ ਕੀ ਕਿਹਾ? ਮਹਾਰਾਜ ਕਹਿੰਦੇ ਰਹਾਓ, ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ, ਨਰ ਤੇ ਉਪਜ ਸੁਰਗ ਕੋ ਜੀਤਿਓ ਸੋ ਅਬ ਖਦਮੈ ਪਾਈ। ਜਹਾਂ ਜਹਾਂ ਧਰੂ ਨਾਰਦ ਟੇਕੇ ਨੈਕ ਟਿਕਾਵੋ ਮੋਹੇ। ਬੇਨਤੀ ਕਰ ਰਹੇ ਆ, ਨਾਰਦ ਬਹੁਤ ਵੱਡਾ ਧਰੂ ਤਾਰਾ ਸੰਸਾਰ ਦਾ, ਜਿਹਨੇ ਭਗਤੀ ਮਾਰਗ ਚਲਾਇਆ ਦੁਨੀਆ ਤੇ। ਜਿਹੜਾ ਭਗਤੀ ਮਾਰਗ ਆ ਉਹ ਨਾਰਦ ਦੇ ਸਿਸਟਮ 'ਚ ਆ ਜਾਂਦਾ। ਤੇ ਧਰੂ ਭਗਤ ਮਹਾਰਾਜ ਕਹਿੰਦੇ ਜਿਵੇਂ ਉਹਨਾਂ ਨੂੰ ਐਡੀ ਵੱਡੀ ਉਪਾਧੀ ਦਿੱਤੀ ਆ ਨਾ, ਇੱਕ ਸਿਸਟਮ ਹੀ ਦੇਤਾ ਆਕਾਸ਼ ਦੇ ਵਿੱਚ, ਉਵੇਂ ਨਾਮਦੇਵ ਜੀ ਕਹਿੰਦੇ ਮੇਰੇ ਤੇ ਵੀ ਕਰ ਦਿਓ ਕਿਰਪਾ, ਹਨਾ, ਮੈਨੂੰ ਵੀ ਆਪਦਾ ਬਣਾ ਲਓ। ਜਹਾਂ ਧਰੂ ਨਾਰਦ ਟੇਕੇ ਨੈਕ ਟਿਕਾਵੋ ਮੋਹੇ, ਤੇਰੇ ਨਾਮ ਅਵਲੰਬ ਬਹੁਤ ਜਨ ਉਧਰੇ, ਨਾਮੇ ਕੀ ਨਿਜ ਦੇਹ। ਮਹਾਰਾਜ ਕਹਿੰਦੇ ਸਾਨੂੰ ਪਤਾ ਕਿ ਤੇਰਾ ਨਾਮ ਜਪ ਜਪ ਕੇ ਬਹੁਤ ਉਧਰ ਗਏ, ਬਹੁਤ ਲੱਖਾਂ ਕਰੋੜਾਂ ਲੋਕ ਤਰ ਚੁੱਕੇ ਆ, ਤੇ ਮੈਂ ਵੀ ਤਰ ਜਾਣਾ। ਇਹ ਇੱਕ ਅਰਦਾਸ ਆ, ਸਾਰੇ ਸ਼ਬਦ ਦੇ ਵਿੱਚ ਬੇਨਤੀ ਆ, ਹਨਾ। ਆਪਾਂ ਪਹਿਲਾਂ ਵੀ ਬੇਨਤੀ ਕੋਈ ਸੋਚੀ ਸੀ, ਉਹੀ ਬਾਕ ਆਇਆ ਆਪਾਂ ਨੂੰ, ਹਨਾ।
ਹੁਣ ਕਰਨਾ ਕੀ ਹੈ, ਜਿੱਥੇ ਤੁਸੀਂ ਅਰਦਾਸ ਬੇਨਤੀ ਕਰਨੀ ਆ ਉੱਥੇ ਬੱਚੇ ਵੱਲੋਂ ਵੀ ਬਹੁਤ ਜ਼ਰੂਰੀ ਹੈ ਕਿ ਜਿੰਨੀ ਇਹਦੀ ਉਮਰ 19 ਮਿੰਟ ਤਾਂ ਲਾਜ਼ਮੀ ਬੈਠੇ। ਆਉਂਦੇ ਜਾਂਦੇ ਸਵਾਸਾਂ ਨੂੰ ਮਹਿਸੂਸ ਕਰਨਾ, ਜਿਵੇਂ ਲੰਬਾ ਸਾਹ ਬੱਚੇ ਵੈਸੇ ਹੀ ਲੈਂਦੇ ਆ, ਲੰਬਾ ਸਾਹ ਲੈਣਾ, ਨਾਭੀ ਕੇਂਦਰ ਉੱਪਰ ਨੂੰ ਉੱਠ ਖੜਦਾ ਢਿੱਡ, ਫਿਰ ਬਾਹਰ ਨੂੰ ਆਉਣਾ, ਇਹਨੂੰ ਦੇਖਣ ਦੀ ਕੋਸ਼ਿਸ਼ ਕਰਨੀ ਆ ਤੇ ਅੰਦਰ ਭਾਵਨਾ ਇਹ ਬਣਾਉਣੀ ਆ ਕਿ ਮੇਰੇ ਅੰਦਰ ਕੋਈ ਰੋਗ ਨਹੀਂ ਹੈ। ਕਿਉਂਕਿ ਸਤਿਗੁਰੂ ਕਹਿੰਦੇ ਨੇ ਪਵਨ ਗੁਰੂ, ਇਹ ਜਦੋਂ ਪੌਣ ਗੁਰੂ ਨੂੰ ਧਿਆਊਗਾ ਇਹ, ਜਾਂ ਤੁਸੀਂ ਵੀ ਧਿਆਓਗੇ, ਇਹਦੇ ਨਾਲ ਸਵਾਸ ਅੰਦਰ ਜਾਣਗੇ, ਬਾਹਰ ਆਉਣਗੇ, ਸੁਰਤ ਅੰਦਰ ਕਰਨ ਨਹੀਂ, ਸਾਰੇ ਰੋਗ ਸੋਗ ਬਾਹਰ ਹੋ ਜਾਂਦੇ ਆ। ਮਹਾਰਾਜ ਕਹਿੰਦੇ ਸਭ ਕੁਛ ਘਰ ਮੈਂ ਬਾਹਰ ਨਹੀਂ, ਬਾਹਰ ਟੋਲਾ ਸੋ ਭਰਮ ਭਲਾਈ। ਅੰਦਰ ਜਾਣ ਦਾ ਤਰੀਕਾ ਦੁਨੀਆ ਤੇ ਇੱਕੋ ਹੀ ਹੈ, ਪੌਣ ਗੁਰੂ ਦੇ ਨਾਲ ਅੰਦਰ ਜਾਣਾ, ਪਵਨ ਪੁੱਤਰ ਦੇ ਨਾਲ ਅੰਦਰ ਜਾਣਾ। ਤਾਂ ਸਤਿਗੁਰੂ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ, ਸਾਡੇ ਸਾਰੇ ਸੰਸਾਰ ਦਾ ਅਕਾਲ ਪੁਰਖ ਨੇ ਜਿਹੜੀ ਡਿਊਟੀ ਹੈ ਪਾਣੀ ਨੂੰ ਦਿੱਤੀ ਹੈ, ਉਹ ਪਿਤਾ ਸਾਰੇ ਸੰਸਾਰ ਦਾ। ਪਾਣੀ ਜਦੋਂ ਵੀ ਪੀਣਾ ਤੰਦਰੁਸਤੀ ਵਾਲੀਆਂ ਗੱਲਾਂ ਕਰਕੇ ਪੀਣਾ, ਮੂਲ ਮੰਤਰ ਕਰਕੇ ਪੀਣਾ, ਪਾਣੀ ਦੇ ਨੇੜੇ ਖੜ ਕੇ ਕਦੇ ਘਟੀਆ ਗੱਲ ਨਹੀਂ ਕਰਨੀ। ਪਾਣੀ ਨਾਲ ਦਵਾਈ ਲੈਂਦੇ ਹੋਏ ਵੀ ਐਂ ਸੋਚਣਾ ਕਿ ਮੈਂ ਅੰਮ੍ਰਿਤ ਲੈ ਰਿਹਾ, ਇਹ ਸਹਾਇਤਾ ਕਰੂ ਮੇਰੀ, ਪਰ ਰਾਮ ਮੈਨੂੰ ਇਹ ਪਿਤਾ ਨਹੀਂ ਕਰ ਦੇਣਾ। ਇਹ ਪਾਣੀ ਜਿਹੜਾ ਪਿਤਾ ਨਹਾਉਣ ਵੇਲੇ ਵੀ ਇਹੀ ਭਾਵਨਾ ਬਣਾਉਣੀ ਹੈ ਕਿ ਜਿੱਥੇ ਮੇਰੀ ਅੰਦਰੋਂ ਸਫਾਈ ਕਰ ਰਿਹਾ, ਮੇਰੇ ਆਭਾ ਮੰਡਲ 'ਚ ਜਿਹੜੇ ਰੋਗ ਸੋਗ ਆਏ ਵੇ ਉਹਨਾਂ ਨੂੰ ਵੀ ਕੱਟ ਰਿਹਾ। ਤਾਂ ਹੀ ਸਾਡੇ ਸਤਿਗੁਰਾਂ ਨੇ ਪਹਿਲਾਂ ਬੌਲੀਆਂ ਬਣਾਈਆਂ, ਕਿਉਂਕਿ ਇੱਕ ਇੱਕ ਬੰਦੇ ਨੂੰ ਇਹ ਗੱਲਾਂ ਸਮਝਾਉਣੀਆਂ ਔਖੀਆਂ ਸੀ ਬਹੁਤ। ਬੌਲੀ ਸਾਹਿਬ ਬਣਾਤੇ ਕਿ ਆਓ ਚੁੰਬੇ ਲਾਈ ਜਾਓ, ਰਾਮ ਹੋ ਕੇ ਕਰੀ ਚਲੋ, ਜਿਹੜਾ ਚੁੰਬਾ ਲਾ ਜੂ ਉਹਨੂੰ ਰਾਮ। ਕਾਰਨ ਕੀ ਆ ਕਿ ਜਿਹੜਾ ਪਾਣੀ ਪਿਤਾ ਨਾ, ਇਹ ਸਾਨੂੰ ਅੰਦਰੋਂ ਬਾਹਰੋਂ ਸਾਫ਼ ਕਰਦਾ। ਪਾਣੀ ਪੀਣ ਵੇਲੇ, ਇਸ਼ਨਾਨ ਕਰਨ ਵੇਲੇ ਧਿਆਨ ਰੱਖਣਾ, ਤੰਦਰੁਸਤੀ ਵਾਲੀਆਂ ਗੱਲਾਂ ਸੋਚਣੀਆਂ, ਕਦੇ ਕਿਸੇ ਰੋਗ ਦਾ ਨਾਂ ਨਹੀਂ ਲੈਣਾ ਕਿ ਅੱਜ ਆਹ ਰੋਗ ਹੋਇਆ, ਵਾਹ ਹੋਇਆ ਵਾ, ਨਾ ਤਾਂ ਲੈਣੇ ਨਹੀਂ, ਇਹ ਤਾਂ ਵੋਟ ਪਾਉਣੀਆਂ ਹੀ ਨਹੀਂ। ਬਸ ਆਦ ਵਿਆਹ ਆਈ ਆ ਜੀ, ਕੋਈ ਕੱਟ ਦੇਣੀ ਆ। ਸਤਿਗੁਰਾਂ ਨੇ ਬਸ ਇਹੀ ਕਹਿਣਾ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਬਹੁਤੇ ਲੋਕਾਂ 'ਚ ਗੱਲਾਂ ਕਰਨ ਦੀ ਲੋੜ ਨਹੀਂ ਹੁੰਦੀ। ਜਿੰਨੇ ਵਾਰੀ ਅਸੀਂ ਉਹ ਸ਼ਬਦ ਨੂੰ ਦੁਹਰਾਉਣੇ ਆ, ਉਨਾ ਹੀ ਉਹਦਾ ਸਟਰੈਂਥ ਬਣਦੀ ਜਾਂਦੀ ਆ। ਸ਼ਬਦ ਦੁਹਰਾਉਣੇ ਨਹੀਂ, ਉਹ ਦੁਹਰਾਉਣਾ ਇੱਕ ਓਮਕਾਰ ਨੂੰ ਹੀ ਹੈ। ਮਾਤਾ ਧਰਤ ਮਹੱਤ, ਜਦੋਂ ਬੰਦਾ ਅਤੀ ਦੁਖੀ ਹੁੰਦਾ ਮਾਂ ਦੀ ਗੋਦ 'ਚ ਜਾਂਦਾ, ਸਾਡਾ ਕਨੈਕਸ਼ਨ ਮਾਂ ਨਾਲ ਟੁੱਟਿਆ ਹੋਇਆ ਸਾਰਿਆਂ ਦਾ। ਨੰਗੇ ਪੈਰੀ ਵੱਧ ਤੋਂ ਵੱਧ ਬੱਚੇ ਨੂੰ ਤੋਰਨਾ, ਆ ਠੰਡ ਚਲੀ ਜਾਣੀ ਆ 2-4 ਦਿਨਾਂ 'ਚ, ਗੁਰੂ ਘਰ ਜਾਣ ਦਾ ਨੇਮ ਬਣਾਉਣਾ ਤਾਂ ਵੀ ਨੰਗੇ ਪੈਰੀ, ਘਰੇ ਵੀ ਨੰਗੇ ਪੈਰੀ, ਤੇ ਧਰਤੀ ਤੇ ਕੱਪੜੇ ਲਾ ਕੇ ਮੁੱਧਾ ਪਵੇ। ਜਦੋਂ ਆ ਸਾਡਾ ਟੱਚ ਕਰੂਗਾ ਨਾ ਇਹਦੀ ਸਾਰਾ ਸਰੀਰ, ਜਿੱਥੋਂ ਇਨਸੂਲਿਨ ਵਗੈਰਾ ਬਣਨੋਂ ਹਟ ਜਾਂਦੀ ਆ ਉਹ ਬਣਨੀ ਸ਼ੁਰੂ ਹੋ ਜਾਂਦੀ ਹੈ। ਧਰਤੀ ਤੇ ਲਿਟਣਾ, ਧਰਤੀ ਤੇ ਮੁੱਧਾ ਪੈਣਾ, ਉਹ ਅਹਿਸਾਸ ਬਣਾ ਕੇ ਕਿ ਮੇਰੀ ਮਾਂ ਮੈਂ ਇਹਦੀ ਹਿੱਕ ਨਾਲ ਲੱਗਿਆ ਹੋਇਆ। ਇਹ ਅਹਿਸਾਸ ਤੁਸੀਂ ਵੀ ਕਰਨੇ ਆ, ਇਹਨੂੰ ਵੀ ਕਰਾਉਣੇ ਆ। ਇਹ ਸਾਰਾ ਤੁਹਾਨੂੰ ਮੈਂ ਦੁਬਾਰਾ ਤਾਂ ਸੱਦਿਆ, ਉਹਦੇ ਅਰਦਾਸ ਕਰੀ ਸੀ, ਇਹ ਸਾਰਾ ਪੈਟਰਨ ਮੇਰੇ ਦਿਮਾਗ 'ਚ ਰਾਤ ਨੂੰ ਭੇਜਿਆ ਸਤਿਗੁਰਾਂ ਨੇ ਕਿ ਇਸ ਤਰ੍ਹਾਂ ਕਰਕੇ ਉਹਨੇ ਠੀਕ ਹੁੰਦੇ ਜਾਣਾ ਅੱਜ ਤੋਂ ਹੀ। ਤੇ ਅੱਜ ਤੋਂ ਡੇਟ ਪਾ ਲੈਣੀ ਆ, ਕੋਈ ਬਹੁਤੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ, ਬਹੁਤੇ ਦਵਾਈਆਂ ਦੇ ਚੱਕਰਾਂ 'ਚ ਪੈਣ ਦੀ ਲੋੜ ਨਹੀਂ। ਰੱਬ ਲੱਗਦੀ ਸਹਾਇਤਾ ਲੈਣੀ ਆ, ਉਹ ਵੀ ਕਿਉਂਕਿ ਦਵਾਈਆਂ ਦੇ ਵਿੱਚ ਵੀ ਜੜੀਆਂ ਬੂਟੀਆਂ ਹੀ ਹੁੰਦੀਆਂ, ਤੇ ਜੜੀਆਂ ਬੂਟੀਆਂ ਸਾਡੇ ਸਰੀਰ ਦੇ ਅੰਗਾਂ ਦਾ ਹਿੱਸਾ ਹੈ। ਜੋ ਬ੍ਰਹਮੰਡ ਦੇ ਵਿੱਚ ਆ ਉਹ ਸਾਡੇ ਪਿੰਡ ਦੇ ਵਿੱਚ ਆ। ਜਿੰਨੇ ਤੱਤ ਜੜੀਆਂ ਬੂਟੀਆਂ ਸਾਡੇ 'ਚ ਪਹਿਲਾਂ ਹੀ ਆ, ਜਦੋਂ ਘਟ ਵੱਧ ਜਾਂਦਾ ਉਹਦੀ ਇਹੋ ਜਿਹਾ ਕੁਝ ਹੁੰਦਾ। ਤੇ ਇਹ ਚੀਜ਼ ਦਾ ਧਿਆਨ ਰੱਖਣਾ ਆਪਾਂ। ਤੇ ਮਹਾਰਾਜ ਕਿਰਪਾ ਕਰੇ, ਜਿਵੇਂ ਜਿਵੇਂ ਇਹਨੂੰ ਕੋਈ ਵੀ ਗੱਲ ਦੀ ਫਰਕ ਪੈਂਦਾ। ਦੂਸਰਾ ਇੱਥੋਂ ਦਾ ਜਿਹੜਾ ਸਿਸਟਮ ਆਈ ਦੇਸਾਂ ਦਾ ਇਹ ਆ ਕਿ ਜਦੋਂ ਹੀ ਉਹਨਾਂ ਨੇ ਕੁਝ ਬਖਸ਼ਿਸ਼ ਕਰਨਾ ਹੁੰਦਾ ਸੁਪਨੇ 'ਚ ਦੱਸਦੇ ਆ। ਤੁਹਾਨੂੰ ਕੋਈ ਵੀ ਸੁਪਨਾ ਆਉਂਦਾ, ਤੁਹਾਨੂੰ ਕੋਈ ਇਹ ਬੱਚੇ ਨੂੰ ਕੁਝ ਪਤਾ ਲੱਗਦਾ, ਉਹ ਨੋਟ ਕਰ ਲੈਣਾ, ਫੇਰ ਸਾਂਝ ਪਾ ਲੈਣੀ। ਸਾਨੂੰ ਕੋਈ ਗੱਲ ਦਾ ਅਹਿਸਾਸ ਹੋਊਗਾ ਤਾਂ ਅਸੀਂ ਜ਼ਰੂਰ ਦੱਸਾਂਗੇ। ਸਤਿਗੁਰੂ ਰਹਿਮਤ ਕਰਨਗੇ, ਬੇਫਿਕਰ ਰਹਿਣਾ, ਉਹ ਚੀਜ਼ ਨੂੰ ਬਿਲਕੁਲ ਮਨ ਚੋਂ ਕੱਢ ਦੇਣਾ। ਬੜੇ ਹੀ ਜਾਣੀ ਇਸ ਤਰ੍ਹਾਂ ਦੇ ਘਟਨਾਵਾਂ ਇੱਥੇ ਹੁਣ ਆਪਾਂ ਉਹ ਦੱਸ ਨਹੀਂ ਸਕਦੇ ਇੰਨਾ ਕੁਛ, ਕਿਉਂਕਿ ਹਜ਼ੂਰੀ 'ਚ ਆਪਾਂ ਬੈਠੇ ਆ। ਦੁਖੀਏ ਸੁਖੀਏ ਰੋਜ਼ ਹੀ ਆਉਂਦੇ ਹੁੰਦੇ ਆ, ਤੇ ਸਾਰਾ ਕੁਛ ਹੀ ਹੱਲ ਹੁੰਦਾ ਤੁਰਿਆ ਜਾਂਦਾ। ਤੇ ਇਹ ਚੀਜ਼ ਮਹਾਰਾਜ ਨੇ ਕਿਰਪਾ ਕਰਨੀ ਆ। ਬਸ ਇੱਕ ਓਂਕਾਰ ਦਾ ਜਾਪ ਵੱਧ ਤੋਂ ਵੱਧ ਜਿੰਨਾ ਵੀ ਆਪ ਵੀ ਕਰ ਸਕਦੇ ਹੋ, ਜਲ ਕੋਲ ਹੀ ਰੱਖਣਾ ਜੋ ਜਾਪ ਕਰਨਾ, ਉਹਦੇ ਨਾਲ ਆਪ ਵੀ ਛਕਣਾ, ਇਹਨੂੰ ਵੀ ਛਕਾਉਣਾ, ਇਸ਼ਨਾਨ ਵੀ ਕਰਨਾ, ਤੇ ਪਵਿੱਤਰਤਾ ਮਨ 'ਚ ਇਹ ਬਣਾ ਕੇ ਰੱਖਣੀ ਹੈ ਕਿ ਪਿਤਾ ਦੀ ਗੋਦ 'ਚ ਤਾਂ ਠੀਕ ਹੋ ਜਾਣਾ। ਤੇ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਨੇ ਇਹ ਬਖਸ਼ਿਸ਼ਾਂ ਕੀਤੀਆਂ ਹੋਈਆਂ। ਅਕਾਲ ਪੁਰਖ ਵਾਹਿਗੁਰੂ ਦੀ ਬੜੀ ਰਹਿਮਤ ਆ, ਉਹਦੀਆਂ ਸ਼ਕਤੀਆਂ ਨੂੰ ਪਹਿਚਾਨਣ ਦੀ ਲੋੜ ਆ। ਜਿਵੇਂ ਜਿਵੇਂ ਪਹਿਚਾਨਾਂਗੇ ਅਸੀਂ ਚੜ੍ਹਦੀ ਕਲਾ 'ਚ ਹੀ ਰਹਿਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।